ਵਿੱਚ ਮਨੁੱਖ ਦੇ ਮਨ ਦੇ ਉੱਤੇ ਲੋਭ ਰਾਜ ਕਰ ਰਿਹਾ ਹੈ। ਜਿਸੇ ਬਾਹਰ ਦੀਆਂ ਹਕੂਮਤਾਂ ਬਦਲਦੀਆਂ ਨੇ ਉਹਦੇ ਨਾਲ ਰਾਜ ਪ੍ਰਬੰਧ ਵੀ ਬਦਲ ਜਾਂਦੇ ਨੇ। ਹੂ ਬਹੂ ਮਨੁੱਖ ਦੇ ਮਨ ਦੇ ਉੱਤੇ ਵੀ ਇਹ ਹਕੂਮਤਾਂ ਬਦਲਦੀਆਂ ਰਹੀਆਂ ਨੇ। ਬਹੁ ਗਿਣਤੀ ਦੇ ਵਿੱਚ ਮਨੁੱਖਾਂ ਦੇ ਮਨ ਦੇ ਉੱਤੇ ਕਾਮ ਪ੍ਰਧਾਨ ਹੋਵੇ ਤੇ ਕਾਮ ਦਾ ਹੀ ਰਾਜ ਹੋਵੇ। ਦੁਰਾਚਾਰ, ਵਿਵਿਚਾਰ ਸਮਾਜ ਦੇ ਵਿੱਚ, ਰਾਜਨੀਤੀ ਦੇ ਵਿੱਚ, ਹੱਥਾਂ ਕਿ ਧਰਮ ਦੇ ਵਿੱਚ ਵੀ ਆ ਜਾਂਦਾ ਔਰ ਕਬੂਲ ਹੋ ਜਾਂਦਾ। ਉਹ ਬੁਰਾਈ ਨਹੀਂ ਰਹਿੰਦੀ। ਹੰਕਾਰ ਪ੍ਰਧਾਨ ਹੋਵੇ ਬਹੁ ਗਿਣਤੀ ਦੇ ਵਿੱਚ ਤੋ ਜ਼ੁਲਮ, ਹਿੰਸਾ ਇਹ ਛਾ ਜਾਂਦਾ ਹੈ। ਲੋਭ ਪ੍ਰਧਾਨ ਹੋਵੇ ਫਿਰ ਠੱਗੀ, ਬੇਈਮਾਨੀ, ਛੀਨਾ, ਜ਼ਬਤੀ, ਚੋਰੀ ਇਹ ਪ੍ਰਧਾਨ ਹੋ ਜਾਂਦਾ ਹੈ। ਐਸਾ ਦੌਰ ਵੀ ਲੰਘਿਆ ਹੈ ਭਾਰਤ ਦੇ ਵਿੱਚ, ਬਹੁ ਗਿਣਤੀ 'ਚ ਲੋਕਾਂ ਦੇ ਮਨ ਦੇ ਉੱਤੇ ਕਾਮ ਦਾ ਰਾਜ ਸੀ। ਉਦੋਂ ਮੰਦਰ ਵੀ ਕਾਮ ਦੇ ਬਣੇ। ਉਦੋਂ ਇਹ ਵਾਸ਼ਨਾ ਸਮਾਜ ਦੇ 'ਚ, ਰਾਜਨੀਤੀ ਦੇ 'ਚ, ਧਰਮ ਦੇ 'ਚ ਕਾਬਲੇ ਕਬੂਲ ਹੋ ਗਈ ਸੀ। ਫਿਰ ਅਹੰਕਾਰ ਦਾ ਰਾਜ ਬਹੁ ਗਿਣਤੀ ਦੇ 'ਚ ਐਸਾ ਹੋ ਜਾਏ ਤੋ ਹੰਕਾਰੀ ਤੇ ਨਿਰੰਕਾਰ ਨੂੰ ਵੀ ਨਹੀਂ ਮੰਨਦਾ। ਅਹੰਕਾਰ ਦਾ ਮਤਲਬ ਅਹੰ ਮੈਂ ਹਾਂ, ਦੂਜਾ ਕੌਣ ਆਂਦਾ, ਤੂੰ ਕੌਣ ਹੈ, ਤੂੰ ਕੁਛ ਵੀ ਨਹੀਂ। ਐਸੀ ਹਾਲਤ ਦੇ 'ਚ ਹਿੰਸਾ, ਖੂਨ ਖਰਾਬਾ ਪ੍ਰਧਾਨ ਹੋ ਜਾਂਦਾ ਹੈ। ਪਰ ਜਦ ਲੋਭ ਦਾ ਰਾਜ ਹੋਵੇ, ਕਿਉਂਕਿ ਸਤਿਗੁਰੂ ਇਸ ਵਕਤ ਲੋਭ ਦੀ ਗੱਲ ਕਰ ਰਹੇ ਨੇ, ਤੋ ਮਹਾਰਾਜ ਕਹਿੰਦੇ ਨੇ ਲੋਭ ਪ੍ਰਧਾਨ ਹੋਵੇ ਤਾਂ ਫਿਰ ਕੂੜ ਪ੍ਰਧਾਨ ਹੋ ਜਾਂਦਾ ਹੈ। ਲੋਭ ਪ੍ਰਧਾਨ ਹੋਵੇ ਤਾਂ ਫਿਰ ਚੋਰੀ, ਛੀਨਾ, ਜ਼ਬਤੀ, ਠੱਗੀ ਪ੍ਰਧਾਨ ਹੋ ਜਾਂਦੀ ਹੈ। ਲੋਭ ਪ੍ਰਧਾਨ ਹੋਵੇ ਤਾਂ ਫਿਰ ਪਾਪ ਪ੍ਰਧਾਨ ਹੋ ਜਾਂਦਾ ਹੈ। ਪਾਪ ਹੀ ਪਾਪ, ਪਾਪ ਹੀ ਪਾਪ। ਕਾਮ ਪ੍ਰਧਾਨ ਹੈ ਤਾਂ ਦੁਰਾਚਾਰ ਪ੍ਰਧਾਨ ਹੋ ਜਾਂਦਾ ਹੈ। ਬਹੁ ਗਿਣਤੀ ਜਿਵੇਂ 70% ਲੋਕਾਂ ਦੇ ਮਨ ਦੇ ਉੱਤੇ ਦਾ ਰਾਜ ਹੋਵੇ ਹੰਕਾਰ ਦਾ, ਤਾਂ ਫਿਰ ਚਾਰੋਂ ਪਾਸੇ ਹਿੰਸਾ ਹੀ ਹਿੰਸਾ ਹੋਵੇਗੀ, ਖੂਨ ਖਰਾਬਾ ਹੋਵੇਗਾ। ਇਹ ਜਿਹੜੇ 4 ਵਰਨ ਮੰਨੇ ਗਏ ਨੇ ਭਾਰਤ ਦੇ ਪ੍ਰਾਚੀਨ ਕਾਲ ਤੋਂ, 4 ਵਰਨ, 4 ਆਸ਼ਰਮ, ਬ੍ਰਾਹਮਣ, ਛਤਰੀ, ਸ਼ੂਦਰ, ਵੈਸ਼, ਇਹ ਤੇ 4 ਵਰਨ ਸਨ। ਪਰ ਗ੍ਰਸਤੀ, ਬ੍ਰਹਮਚਾਰੀ, ਬਾਣਪ੍ਰਸਤੀ ਤੇ ਸੰਨਿਆਸੀ ਇਹ 4 ਆਸ਼ਰਮ ਮੰਨ ਲਏ ਗਏ ਸਨ। ਇਹਨਾਂ ਦੀ ਲੰਬੀ ਚੌੜੀ ਵਿਆਖਿਆ ਹੈ, ਅਸਲੀਅਤ ਤੇ ਖੋ ਗਈ ਅੱਜ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਾਕ ਨੂੰ ਆਧਾਰ ਬਣਾ ਕੇ ਤੁਹਾਨੂੰ ਵਿਚਾਰਾਂ ਸਰਵਣ ਕਰਾਵਾਂ। ਸਾਹਿਬ ਕਹਿੰਦੇ ਨੇ, ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਗਤੀ ਕਹਿੰਦੇ ਨੇ ਚੱਲਣ ਨੂੰ, ਧਰਮ ਕੀ ਗਤ ਰਹੀ। ਮਨੁੱਖ ਦੇ ਨਾਲ ਧਰਮ ਨਹੀਂ ਚੱਲ ਰਿਹਾ, ਗਤੀ ਰਹਿ ਗਈ, ਧਰਮ ਦਾ ਚੱਲਣਾ ਰਹਿ ਗਿਆ। ਮਨੁੱਖ ਦੇ ਨਾਲ ਸਮਾਜ ਚੱਲ ਰਿਹਾ ਹੈ, ਮਨੁੱਖ ਦੇ ਨਾਲ ਰਾਜਨੀਤੀ ਚੱਲ ਰਹੀ ਹੈ, ਮਨੁੱਖ ਦੇ ਨਾਲ ਕਾਰੋਬਾਰ, ਅਰਥ ਵਿਵਸਥਾ ਚੱਲ ਰਿਹਾ ਹੈ। ਮਨੁੱਖ ਦੇ ਨਾਲ ਧਰਮ ਨਹੀਂ ਚੱਲ ਰਿਹਾ। ਧਰਮ ਕੀ ਗਤ ਰਹੀ। ਬਹੁ ਗਿਣਤੀ 'ਚ ਲੈਣਾ ਹੁੰਦਾ ਹੈ। ਕੀ ਹੋਇਆ, 1-2% ਮਨੁੱਖਾਂ ਦੇ ਨਾਲ ਅਗਰ ਚੱਲਦਾ ਹੋਵੇ ਉਹਨੂੰ ਗਿਣਤੀ 'ਚ ਨਹੀਂ ਲੈਂਦੇ, ਬਹੁ ਗਿਣਤੀ ਨੂੰ ਲਿਆ ਜਾਂਦਾ। ਸੰਸਾਰ ਦੇ 'ਚ ਬਹੁ ਗਿਣਤੀ 'ਚ ਮਨੁੱਖ ਦੇ ਨਾਲ ਧਰਮ ਨਹੀਂ ਚੱਲ ਰਿਹਾ। ਕਿਉਂ ਨਹੀਂ ਚੱਲ ਰਿਹਾ? ਮਹਾਰਾਜ ਕਹਿੰਦੇ ਨੇ ਸਾਰੀ ਸ੍ਰਿਸ਼ਟੀ ਇੱਕੋ ਹੀ ਵਰਨ ਹੋ ਗਈ ਹੈ।
श्रेष्ठ सब एक वर्ण होई। गुरु नानक देव जी महाराज की बाणी है, सारी सृष्टि इको वर्ण हो गई है। तो क्या सारे ब्राह्मण बन गए? एक वर्ण। ब्राह्मण नाल धर्म चलदा है। ब्रह्म बिंदे से ब्राह्मणा। ब्राह्मण किसी जात का ना नहीं, ब्राह्मण मानसिक अवस्था का नाम है। ਜਿਹੜਾ अपने सिर की वरतों बहुत करे, हर वक्त सोचता ही रहे, सोच तो बिना बोले ना, विचार तो बिना वेखे भी ना, विचार तो बिना कुछ करे ही ना, पैरां नूं अगे नहीं रखता, सिर नूं अगे रखता है, हत्थां नूं अगे नहीं करता, सिर नूं अगे करता है, विचार नूं अगे करता है। हत्थां ने जो कुछ करना है विचार पूर्वक, पैरां ने जिस पासे जाना है विचार पूर्वक। विचार तो खाली वो किसी भी ज्ञान इंद्रिय नूं रहण नहीं देंदा। ऐसे मनुख नूं कहंदे हुंदे सन ब्राह्मण, अपने सिर दी वरतों जो बहुत करदा है, दार्शनिक है, चिंतक है, फिलोसफर है, हर गल नूं उस सिर नूं अगे करके ही करदा है। चिंतन करदा है, संसार दा चिंतन करदा है, निरंकार दा। उस वक्त इस तरह के मनुख नूं सिरमौर गिन लिया गया, भावें टावें टावें सन। इन्हां नूं कहंदे सन ब्राह्मण, जिदा मन ब्रह्म दी तरह है, जात नहीं सी है। कबीर भी कहंदे ने, कहो कबीर जो ब्रह्म विचारे, सो ब्राह्मण कईयत है हमारे। असी उसनों ब्राह्मण कहने आ जो हर वक्त ब्रह्म दी विचार करे। कहो कबीर जो ब्रह्म विचारे, सो ब्राह्मण कईयत है हमारे। ब्रह्म बिंदे से ब्राह्मणा। जो ब्रह्म दा चिंतन करदा है वो ब्राह्मण है। क्या सारी सृष्टि ब्राह्मण हो गई? महाराज कहते धर्म की गत रही, धर्म नहीं चल रहा तो ब्राह्मण नाल धर्म चल रहा है। मैं फिर अर्ज करा, ब्राह्मण तो मुराद कोई जात ना लेने। इसनों इस तरह कहते ने, जन्म तो कोई धार्मिक नहीं होंदा, जीवन तो धार्मिक होंदा। जन्म तो कोई ब्राह्मण नहीं होंदा, जीवन तो ब्राह्मण होंदा। जन्म तो कोई भगत नहीं होंदा, जीवन तो भगत होंदा। किसी हद तक जो दार्शनिक फिलोसफर अपने सिर की वरतों बहुत करते सन, समा पा के उन्हों की औलाद नूं भी ब्राह्मण कहना शुरू हो गया। भारत देश जैसे कोई थानेदार है तो उहदी घरवाली नूं कहंदे थानेदार ने, भावें थाने दा उसने मूँह ना देखिया होवे ते भावें कोई कानून नूं समझदी भी ना होवे, पर चूंकि थानेदार दी वोटी है तो थानेदार ने। इस तरह का सिलसिला भारत विच अजे भी जारी है। जिहड़ा लकब, जिहड़ा औहदा पति नाल जुड़िया होया है, पत्नी नाल जोड़ देंदे ने, भावें पत्नी उस औहदे विच होवे भावें ना होवे। प्राचीन काल विच ऐसा चल पिया, पिता दियां खूबियां, पिता दी महानता पुत्र नाल जोड़न लग पे। तो कोई जरूरी नहीं सी ब्राह्मण दी औलाद नूं भी लोकी ब्राह्मण कहण लग पे, जद कि ब्राह्मण उसनूं कहंदे ने ब्रह्म बिंदे से ब्राह्मण। कहो कबीर जो ब्रह्म विचारे, सो ब्राह्मण कईयत है हमारे। जो हर वक्त ब्रह्म दी विचार करदा है ब्राह्मण, ब्राह्मण नाल धर्म चलदा है। सृष्टि दे ब्राह्मण कोई कोई है, सारे ब्राह्मण नहीं ने। महाराज कहते ने श्रेष्ठ सब एक वर्ण होई। क्या सारी सृष्टि ब्राह्मण हो गई? कतई नहीं। अगर होंदी तो धर्म चलना सी। क्या सारी सृष्टि क्षत्रिय हो गई? खतरी नाल भी धर्म चल रहा है। महाराज कहते खतरियां तो धर्म छोड़े हो तो चढ़ बैठे।
ਛਤਰੀ ਕਿਹਨੂੰ ਕਹਿੰਦੇ ਨੇ? ਜੋ ਸੂਰਬੀਰ ਹੋਵੇ। ਖੱਤਰੀ ਸੋ ਜੋ ਕਰਮਾਂ ਕਾ ਸੂਰ, ਤੇ ਹਰ ਜਗ੍ਹਾ ਮਜ਼ਲੂਮ ਦੇ ਪੱਖ ਦੇ ਵਿੱਚ ਖੜਾ ਹੋ ਜਾਏ ਉਹਦੀ ਹਿਫਾਜ਼ਤ ਲਈ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਪਤਾ ਹੈ ਸ਼ਲੋਕ ਕਿਹੜੀ ਥਾਂ ਤੇ ਹੈ? ਉੱਪਰ ਸ਼ਬਦ ਹੈ ਰਾਜਨ ਕੌਣ ਤੁਮਾਰੇ ਆਵੇ। ਇਹ ਕਬੀਰ ਦਾ ਸ਼ਬਦ ਹੈ। ਐਸੋ ਭਾਵ ਬੇਦਰ ਕੋ ਦੇਖਿਓ, ਉਹ ਗਰੀਬ ਮੋਹੇ ਭਾਵੇ। ਕ੍ਰਿਸ਼ਨ ਨੇ ਗਰੀਬ ਨੂੰ ਚੁਣਿਆ, ਉਸ ਗਰੀਬ ਨੂੰ ਜੋ ਭਗਤ ਵੀ ਸੀ, ਭਾਵਨਾ ਨਾਲ ਭਰਿਆ ਹੋਇਆ ਸੀ। ਰਾਤ ਬਿਦਰ ਦੇ ਘਰ ਕੱਟੀ ਦੁਰਯੋਧਨ ਦੇ ਨੇ। ਫਿਰ ਪਾਂਡਵ ਮਜ਼ਲੂਮ ਸਨ, ਮਜ਼ਲੂਮ ਦੇ ਪੱਖ ਦੇ ਚ ਖੜੇ ਹੋ ਗਏ, ਦੁਰਯੋਧਨ ਦੇ ਪੱਖ ਦੇ ਚ ਨੇ। ਫਿਰ ਥੱਲੇ ਇਸ ਸ਼ਬਦ ਦੇ ਸ਼ਲੋਕ ਹੈ, ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤ। ਇੱਥੇ ਦੀਨ ਦੇ ਅਰਥ ਗਰੀਬ ਹੈ, ਨਿਮਾਣਾ ਨਿਤਾਣਾ। ਦੀਨ ਸ਼ਬਦ ਉਰਦੂ ਫਾਰਸੀ ਦਾ ਹੋਵੇ ਤੇ ਇਹਦੇ ਅਰਥ ਬਣ ਜਾਂਦੇ ਨੇ ਧਰਮ। ਜੈਸੇ ਕਬੀਰ ਕਹਿੰਦੇ ਨੇ, ਦੀਨ ਬਿਸਾਰਿਓ ਰੇ ਦੀਵਾਨੇ, ਦੀਨ ਬਿਸਾਰਿਓ ਰੇ। ਇੱਥੇ ਦੀਨ ਦੇ ਅਰਥ ਧਰਮ ਨੇ, ਵੀ ਤੂੰ ਤੇ ਧਰਮ ਹੀ ਬੁਲਾ ਦਿੱਤਾ। ਪਰ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਇੱਥੇ ਦੀਨ ਦੇ ਅਰਥ ਗਰੀਬ ਨੇ, ਨਿਮਾਣਾ ਨਿਤਾਣਾ। ਦੀਨਨ ਕੀ ਪ੍ਰਤਪਾਲ ਕਰੇ, ਨਿਤ ਸੰਤ ਉਬਾਰ ਗਨੀਮਨ ਗਾਰੇ। ਇੱਥੇ ਦੀਨਨ ਦੇ ਅਰਥ ਹੈ ਨਿਮਾਣਾ ਨਿਤਾਣਾ ਗਰੀਬ ਲਾਗਰ। ਦੀਨ ਸ਼ਬਦ ਸੰਸਕ੍ਰਿਤ ਦਾ ਹੋਵੇ, ਇਹਦੇ ਅਰਥ ਨੇ ਗਰੀਬ, ਮਜ਼ਲੂਮ, ਕਮਜ਼ੋਰ। ਦੀਨ ਸ਼ਬਦ ਉਰਦੂ ਫਾਰਸੀ ਦਾ ਹੋਵੇ ਤੇ ਇਹਦੇ ਅਰਥ ਨੇ ਧਰਮ। ਕਰਮ ਸ਼ਬਦ ਸੰਸਕ੍ਰਿਤ ਦਾ ਹੋਵੇ ਤੇ ਇਹਦੇ ਅਰਥ ਬਣਦੇ ਨੇ ਕੰਮ, ਕੀ ਕਰਮ ਕਰਦਾ ਹੈ, ਕੀ ਕੰਮ ਕਰਦਾ ਹੈ। ਪਰ ਕਰਮ ਸ਼ਬਦ ਉਰਦੂ ਫਾਰਸੀ ਦਾ ਹੋਵੇ, ਇਹਦੇ ਅਰਥ ਬਣਦੇ ਨੇ ਬਖਸ਼ਿਸ਼, ਫਲਾਣੇ ਤੇ ਖੁਦਾ ਦਾ ਕਰਮ ਹੋ ਗਿਆ। ਗੁਰੂ ਗ੍ਰੰਥ ਸਾਹਿਬ ਦੀ ਵਿੱਚ ਬਹੁਤ ਸਾਰੇ ਸ਼ਬਦ ਸੰਸਕ੍ਰਿਤ ਨੁਮਾਨ ਨੇ, ਬਹੁਤ ਸਾਰੇ ਉਰਦੂ, ਫਾਰਸੀ, ਅਰਬੀ ਨੁਮਾਨ ਹੈ। ਅਗਰ ਭਾਸ਼ਾ ਦਾ ਬੋਧ ਨਾ ਹੋਵੇ ਤਾਂ ਕਈ ਦਫਾ ਅਰਥਾਂ ਦਾ ਅਨਰਥ ਹੋ ਜਾਂਦਾ। ਉਹ ਸੂਰਬੀਰ ਹੈ, ਉਹ ਖੱਤਰੀਏ ਕੌਣ ਜੋ ਲੜੇ ਦੀਨ ਕੇ ਹੇਤ। ਜੋ ਕਮਜ਼ੋਰ ਦੀ ਖਾਤਰ ਲੜੇ, ਕਮਜ਼ੋਰ ਦੇ ਪੱਖ ਦੇ ਵਿੱਚ ਖੜਾ ਹੋ ਜਾਏ। ਛਤਰੀ ਦੇ ਨਾਲ ਧਰਮ ਚੱਲਦਾ ਹੈ। ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਸਾਰੀ ਸ੍ਰਿਸ਼ਟੀ ਇੱਕੋ ਵਰਨ ਹੋ ਗਈ, ਧਰਮ ਨਹੀਂ ਚੱਲ ਰਿਹਾ। तो क्या सारी धरती खतरी हो गई? कतई नहीं। खतरी नाल धर्म चलता है। धर्म की गत रही, क्या सारी सृष्टि शूदर हो गई? मैं अर्ज करा, शूदर नाल भी धर्म चलता है। शूदर भी कोई जात नहीं, ब्राह्मण भी कोई जात नहीं सी, खतरी भी कोई जात नहीं सी। एक सुभाव दा नाम सी, मनोबिरतियां दा नाम सी। शूदर जिन्हों सेवा करन दे च रस आवे, जिन्हों सेवा करन दे च आनंद आवे। अलग अलग सुभाव दे मनुख होंदे ने। प्राचीन ऋषि मुनिया ने देखा, कोई अपने सिर दी वरतों ज्यादा करदा है, ब्राह्मण। क्षत्री नूं हथ आख्या गया, शूदर नूं पैर आख्या गया। सारे शरीर दा भार पैर चुकदे ने, पेट दा, सिर दा, हत्थां दा। जिहड़ा भारी काम ते कर सकदा है, सूक्ष्म बारीक ने। मेरे कोल एक संत ने विद्यार्थी भेजिया सी, बहुत पुरानी गल। विज्ञानी जी नूं 2-3 साल तुसीं रख लो, पाठ चंगा कर लैंदा, तुहाडे नाल रहेगा तो गुरबाणी दी विचार सिख जाएगा, कथाकार बन जाएगा, डेरे च लोड़ है।
ਉਹਨੂੰ ਮੈਂ ਪੋਥੀ ਪੜ੍ਹਨ ਵਾਸਤੇ ਕਹਿੰਦਾ ਸੀ, ਨਹੀਂ ਪੜ੍ਹਦਾ ਸੀ। ਉਹ ਸੰਗਤ ਦੇ 'ਚ ਕਥਾ ਦੇ 'ਚ ਵੀ ਨਾ ਬੈਠੇ। ਮੈਨੂੰ ਖੁਦ ਹੈਰਾਨਗੀ, ਮੈਂ ਕਿਹਾ ਵੀ ਇਹਨੂੰ ਭੇਜਿਆ ਪਰ ਇਹਦੀ ਤੇ ਕੋਈ ਰੁਚੀ ਨਹੀਂ। ਮੈਂ ਕਈ ਦਫਾ ਉਹਨੂੰ ਕੁਝ ਲਿਖ ਕੇ ਦੇਣਾ ਚਾਹਾਂ, ਉਹਦੀ ਲਿਖਣ ਦੀ ਵੀ ਰੁਚੀ ਨਹੀਂ ਸੀ। 1.5 ਮਹੀਨੇ ਬਾਅਦ ਉਹ ਆਪ ਮੈਨੂੰ ਕਹਿਣ ਲੱਗਾ, ਗੈਨੀ ਜੀ ਮੈਂ ਜਾਣਾ ਹੈ। ਮੈਂ ਕਿਹਾ ਸੰਤਾਂ ਨੇ ਤੇ ਮੈਨੂੰ ਇੰਜ ਕਿਹਾ ਸੀ, ਪਰ ਜਾਣਾ ਹੈ, ਗੱਲ ਕੀ, ਤੈਨੂੰ ਤਕਲੀਫ ਕੀ ਹੈ? ਕਹਿੰਦੇ ਤੁਹਾਡੇ ਨਾਲ ਕੋਈ ਕੰਮ ਤੇ ਹੈ ਨਹੀਂ, ਕੋਈ ਲੰਗਰ ਬਣਾਉਣਾ ਹੋਵੇ, ਕੋਈ ਥੱਪੜ ਝਾੜਨੇ ਹੋਣ, ਕੱਪੜੇ ਵੀ ਤੁਹਾਡੇ ਦੂਜੇ ਲੈ ਜਾਂਦੇ ਨੇ, ਉਹ ਧੋਂਦੇ ਨੇ, ਤੋ ਸੇਵਾ ਤਾਂ ਕੁਝ ਹੈ ਨਹੀਂ, ਸਾਡਾ ਸਮਾਂ ਨਹੀਂ ਪਾਸ ਹੁੰਦਾ। ਇਹ ਪੜ੍ਹਨਾ ਲਿਖਣਾ ਸਿਰ ਖਪਾਣਾ ਮੇਰੇ ਕੋਲ ਨਹੀਂ ਆਉਂਦਾ। ਸਿੱਧਾ ਹੀ ਕਹਿ ਦਿੱਤਾ, ਇਹ ਸਿਰ ਖਪਾਣਾ ਮੇਰੇ ਕੋਲ ਨਹੀਂ ਆਉਂਦਾ। ਕੋਈ ਸੇਵਾ ਤਾਂ ਹੈ ਨਹੀਂ ਤੁਹਾਡੇ ਨਾਲ, ਡੇਰੇ 'ਚ ਉੱਥੇ ਬੜੀ ਸੇਵਾ, ਆਪਾਂ ਉੱਥੇ ਹੀ ਜਾਂਦੇ ਹਾਂ। ਫਿਰ ਮੈਂ ਸੰਤਾਂ ਨੂੰ ਫੋਨ ਤੇ ਕਿਹਾ, ਮੈਂ ਕਿਹਾ ਇਹ ਸ਼ੂਦਰ ਹੈ, ਇਹ ਬ੍ਰਾਹਮਣ ਨਹੀਂ ਹੈ, ਇਹ ਸਿਰ ਤੋਂ ਹੀ ਵਰਤੋਂ ਨਹੀਂ ਕਰਦਾ, ਇਹਨੂੰ ਭਾਰੀ ਕੰਮ ਚਾਹੀਦਾ, ਜਿਵੇਂ ਸਾਰੇ ਸਰੀਰ ਦਾ ਭਾਰ ਪੈਰ ਚੁੱਕਦੇ ਨੇ, ਇਹਨੂੰ ਵਜ਼ਨੀ ਕੰਮ ਚਾਹੀਦਾ। ਕੱਪੜ ਝਾੜਨੇ ਹੋਣ, ਪੁਆਰੀ ਦੇਣੀ ਹੋਵੇ, ਭਾਂਡੇ ਮਾਂਜਣੇ ਹੋਣ, ਲੰਗਰ ਬਣਾਉਣਾ ਹੋਵੇ, ਆਟਾ ਗੁੰਨਣਾ ਹੋਵੇ, ਕੱਪੜੇ ਧੋਣੇ ਹੋਣੇ, ਕਰ ਸਕਦਾ ਹੈ। ਪੜ੍ਹਨਾ ਲਿਖਣਾ ਉਹਨੂੰ ਤਾਂ ਸਿਰ ਖਪਾਣਾ ਕਹਿੰਦਾ। ਮੈਂ ਕਿਹਾ ਤੁਸੀਂ ਗਲਤ ਬੰਦਾ ਮੇਰੇ ਕੋਲ ਭੇਜ ਦਿੱਤਾ, ਇਹਨੂੰ ਸੇਵਾ ਤੇ ਲਾਓ, ਇਹ ਸੇਵਾ ਕਰਕੇ ਵੀ ਪ੍ਰਭੂ ਨੂੰ ਪ੍ਰਾਪਤ ਕਰ ਸਕਦਾ। ਅਗਰ ਸੇਵਾ ਦੇ ਸ਼ਰਧਾ ਹੋਈ, ਭਾਵਨਾ ਹੋਈ, ਅਗਰ ਸੇਵਾ ਦੇ 'ਚ ਲਗਨ ਹੋਈ, ਜੋ ਸੇਵਾ ਕਰਕੇ ਖੁਸ਼ ਹੋਵੇ, ਪ੍ਰਸੰਨ ਹੋਵੇ ਤੇ ਪ੍ਰਭੂ ਜਾਣ ਕੇ ਅਗਲੇ ਦੀ ਸੇਵਾ ਕਰੇ, ਉਹਨੂੰ ਸ਼ੂਦਰ ਕਹਿੰਦੇ ਸਨ। ਸ਼ੂਦਰ ਦਾ ਮਤਲਬ ਇਹ ਨਹੀਂ ਸੀ ਜੋ ਬਾਅਦ ਵਿੱਚ ਸਮਝ ਲਿਆ ਗਿਆ। ਬ੍ਰਾਹਮਣ ਦਾ ਮਤਲਬ ਇਹ ਸੀ ਜੋ ਹਰ ਵਕਤ ਸਿਰ ਦੀ ਵਰਤੋਂ ਕਰੇ, ਹਰ ਵਕਤ ਵਿਚਾਰਾਂ 'ਚ ਖੋਇਆ ਰਹੇ। ਐਸਾ ਮਨੁੱਖ ਭੀੜ ਭਾੜ ਨੂੰ ਵੀ ਪਸੰਦ ਨਹੀਂ ਕਰੇਗਾ, ਇਹ ਵੀ ਮਰਜ਼ ਕਰਾਂ। ਇਕਾਂਤਵਾਸੀ, ਕਿਉਂਕਿ ਉਹਦੇ ਕੋਲ ਆਪਣੇ ਵਿਚਾਰਾਂ ਦੀ ਭੀੜ ਹੁੰਦੀ ਹੈ, ਹਰ ਵਕਤ ਆਪਣੇ ਵਿਚਾਰਾਂ 'ਚ ਰਹਿੰਦਾ ਹੈ। ਇੰਜ ਕਹਿ ਲਓ, ਹਰ ਵਕਤ ਆਪਣੇ ਨੇੜੇ ਰਹਿੰਦਾ ਹੈ। ਦੂਸਰੀ ਹੋਰ ਕਸਵਟੀ, ਜੋ ਆਪਣੇ ਨਾਲ ਨਹੀਂ ਬੈਠ ਸਕਦਾ, ਹਰ ਵਕਤ ਭੀੜ ਦੂਜਾ ਤੀਜਾ ਚਾਹੀਦਾ ਹੈ, ਉਹ ਬ੍ਰਾਹਮਣ ਨਹੀਂ ਹੈ। ਉਹ ਬ੍ਰਾਹਮਣ ਨਹੀਂ ਹੈ। ਪੁੱਤਰ ਨਾਲ ਬੈਠ ਸਕਦਾ ਹੈ, ਮਿੱਤਰ ਨਾਲ ਬੈਠ ਸਕਦਾ ਹੈ, ਪਿਤਾ ਨਾਲ ਬੈਠ ਸਕਦਾ ਹੈ, ਭੀੜ ਭਾੜ ਦੇ 'ਚ ਬੈਠ ਸਕਦਾ ਹੈ, ਆਪਣੇ ਨਾਲ ਨਹੀਂ ਬੈਠ ਸਕਦਾ। ਇਹ ਹੋਰ ਕਿਸੇ ਵਰਨ ਦਾ ਮਨੁੱਖ ਹੈ, ਬ੍ਰਾਹਮਣ ਨਹੀਂ ਹੈ। ਇੱਕ ਗਾਥਾ ਵੀ ਇਸ ਸੰਬੰਧ ਵਿੱਚ ਮੈਂ ਆਪ ਨੂੰ ਸਰਵਨ ਕਰਾਵਾਂ। ਰਿਸ਼ੀ ਯਾਗਵੱਲਭ ਹੋਏ ਨੇ, ਬੜੇ ਉੱਘੇ ਵਿਚਾਰਕ ਸਨ। ਗੰਗਾ ਤਟ ਤੇ ਬੈਠੇ ਸਨ, ਧਿਆਨ ਸਾਧਨਾ ਪੇ ਕਰਦੇ ਸਨ। ਦੂਰੋਂ ਉਹਨਾਂ ਦੇ ਮਿੱਤਰ ਨੇ ਦੇਖਿਆ ਬਈ ਦੁਪਹਿਰ ਦਾ ਵਕਤ ਹੈ ਤੇ ਸੰਤ ਕੱਲਾ ਬੈਠਾ ਗੰਗਾ ਦੇ ਤਟ ਤੇ ਆਮ ਕਹਾਵਤ ਇਹ ਆਉਂਦੀ ਹੈ, ਕੱਲਾ ਤੇ ਰੱਬ ਵੀ ਨਾ ਹੋਵੇ। ਪਰ ਹੁਣ ਕੌਣ ਦੱਸੇ, ਰੱਬ ਤੇ ਹੈ ਹੀ ਕੱਲਾ, ਉਹ ਤੇ ਹੈ ਹੀ ਕੱਲਾ। ਮਨੁੱਖ ਨੂੰ ਹਰ ਵਕਤ ਦੂਜਾ ਚਾਹੀਦਾ ਹੈ, ਕਾਰਨ ਆਪਣੇ ਨਾਲ ਮਨੁੱਖ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਮਨੁੱਖ ਹਰ ਵਕਤ ਦੂਜੇ ਦੇ ਨਾਲ ਹੈ, ਆਪਣੇ ਨਾਲ ਨਹੀਂ ਹੈ। ਤੇ ਜੋ ਆਪਣੇ ਨਾਲ ਨਹੀਂ ਹੈ, ਉਹ ਸਰੋਤਾ ਵੀ ਨਹੀਂ, ਗੁਰਬਾਣੀ ਨਹੀਂ ਸੁਣ ਸਕੇਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਗੁਰਬਾਣੀ ਉਚਾਰਨ ਕਰਨ ਨਾਲੋਂ, ਗੁਰਬਾਣੀ ਬੋਲਣ ਨਾਲੋਂ ਹਜ਼ਾਰਾਂ ਨਹੀਂ ਲੱਖਾਂ ਗੁਣਾ ਸੁਣਨਾ ਔਖਾ ਹੈ। ਸੁਣ ਤੇ ਹੋ ਸਕੇਗਾ ਜੋ ਆਪਣੇ ਨੇੜੇ ਹੈ, ਨਹੀਂ ਤੇ ਸੁਣ ਹੀ ਨਹੀਂ ਸਕੇਗਾ। ਜੋ ਦੂਜੇ ਦੇ ਨੇੜੇ ਕਿਸ ਤਰ੍ਹਾਂ ਸੁਣੇਗਾ, ਕੰਨ ਤੇ ਉਹਦੇ ਨਾਲ ਲੱਗੇ ਹੋਏ ਨੇ। ਇਸ ਵਾਸਤੇ ਗੁਰਮਤਿ ਵਿੱਚ ਧਿਆਨ ਸਾਧਨਾ ਹੈ, ਸ਼ਬਦ ਨੂੰ ਸੁਣਨਾ। ਦੋਨੋਂ ਮੇਂ ਧਿਆਨ, ਸ਼ਬਦ ਦੇ 'ਚ ਧਿਆਨ। ਤੇ ਸ਼ਬਦ ਦੇ 'ਚ ਧਿਆਨ ਕੀ, ਸੁਣਨਾ। ਦੋਨੋਂ ਤੇ ਸੁਣਨਾ ਹੀ ਆਉਂਦਾ। ਸੁਣ ਹੋ ਸਕਦਾ ਹੈ ਜੋ ਆਪਣੇ ਨੇੜੇ ਹੋਵੇ। ਬੋਲਣ ਲੱਗਿਆ ਧਿਆਨ ਦੂਜੇ ਤੇ ਆਉਂਦਾ ਹੈ,
ਸੁਣਨ ਲੱਗਿਆਂ ਧਿਆਨ ਆਪਣੇ ਤੇ ਆਉਂਦਾ ਹੈ, ਕਦੀ ਇਸ ਨੂੰ ਵੀ ਲੈਣਾ ਗਹਿਰਾਈ ਨਾਲ। ਦੂਜੇ ਤੇ ਧਿਆਨ ਨਹੀਂ ਬੋਲ ਨਹੀਂ ਸਕੋਗੇ, ਆਪਣੇ ਵਿੱਚ ਧਿਆਨ ਨਹੀਂ ਤਾਂ ਸੁਣ ਵੀ ਨਹੀਂ ਸਕੋਗੇ। ਆਪਣੇ ਨੇੜੇ ਹੀ ਧਿਆਨ ਨਹੀਂ ਹੈ, ਕੀ ਸੁਣੋਗੇ, ਕਿਸ ਤਰ੍ਹਾਂ ਸੁਣੋਗੇ? ਸੁਣਨਾ ਹੀ ਧਿਆਨ ਸਾਧਨਾ ਹੈ। ਕੌਣ ਸੁਣੇਗਾ? ਜੋ ਆਪਣੇ ਨੇੜੇ ਹੈ, ਕਿਤੇ ਨਹੀਂ ਸੁਣ ਸਕਦਾ। ਜੋ ਆਪਣੇ ਤੋਂ ਦੂਰ ਹੈ ਕਿਸ ਤਰ੍ਹਾਂ ਸੁਣੇਗਾ? ਸੁਣਨਾ ਬਹੁਤ ਵੱਡੀ ਕਲਾ ਹੈ। ਉਪਨਿਸ਼ਦਾਂ ਦੇ ਰਿਸ਼ੀ ਤੇ ਇੱਥੇ ਤੱਕ ਕਹਿੰਦੇ ਨੇ ਸ਼ਰੁਤਵਾ ਧਰਮੰ ਵਿਜਾਨਾਤੀ। ਉਹ ਇੰਝ ਕਹਿੰਦੇ ਨੇ ਸਰਵਨ ਕਰਨੇ ਸੇ ਹੀ ਧਰਮ ਕੀ ਪ੍ਰਾਪਤੀ ਹੈ। ਧਰਮ ਮਿਲਦਾ ਹੈ ਸੁਣ ਕੇ। ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ, ਦੁੱਖ ਪਾਪ ਕਾ ਨਾਸ। ਸੁਣ ਕੇ ਬੰਦਾ ਸਿੱਧ ਬਣ ਜਾਂਦਾ ਹੈ, ਪੀਰ ਬਣ ਜਾਂਦਾ ਹੈ, ਨਾਥ ਬਣ ਜਾਂਦਾ ਹੈ, ਗਿਆਨੀ ਬਣ ਜਾਂਦਾ ਹੈ, ਦਾਨੀ ਬਣ ਜਾਂਦਾ ਹੈ। ਉਹ ਇਤਨਾ ਪਾਵਨ ਹੋ ਜਾਂਦਾ ਹੈ, 68 ਤੀਰਥ ਉਸ ਤੋਂ ਕੁਰਬਾਨ ਕੀਤੇ ਜਾ ਸਕਦੇ ਨੇ। ਸੁਣੀਏ 8 ਛੜਕਾਸ਼ ਨਾ, ਉਹਨੂੰ ਸਾਰੇ ਤਨ ਦੇ ਭੇਦ ਦਾ ਪਤਾ ਚੱਲ ਜਾਂਦਾ ਹੈ। ਸੁਣੀਏ ਜੋਗ ਜੁਗਤ ਤਨ ਭੇਦ, ਸਾਰੀਆਂ ਤਨ ਦੀਆਂ ਕਿਰਿਆਵਾਂ ਦਾ ਪਤਾ ਚੱਲ ਜਾਂਦਾ ਹੈ। ਸੁਣਨ ਦੀ ਇਤਨੀ ਮਹਿਮਾ ਹੈ। ਤੇ ਇਹ ਸਭ ਕੁਝ ਜੋ ਕਿਸੇ ਨੂੰ ਨਾ ਪ੍ਰਾਪਤ ਹੋਇਆ ਹੋਵੇ ਉਹ ਸਰੋਤਾ ਨਹੀਂ ਹੈ। ਜੇ ਮੈਂ ਕੀਰਤਨ ਸੁਣਨ ਜਾ ਰਿਹਾ, ਸੁਣਨਾ ਕੋਈ ਸੌਖੀ ਖੇਡ ਹੈ। ਲੋਕੀ ਸ਼ੌਕੀਆ ਤੌਰ ਤੇ ਆਪਣੇ ਘਰ ਵੀ ਅਖੰਡ ਪਾਠ ਰਖਾਉਂਦੇ ਨੇ, ਪਰ ਜਿਸ ਕਮਰੇ ਦੇ ਵਿੱਚ ਰਖਾਉਂਦੇ ਨੇ ਉੱਥੇ ਵੜਨਾ ਹੀ ਭੁੱਲ ਜਾਂਦੇ ਨੇ, ਕਿਧਰੇ ਸੁਣਨਾ ਨਾ ਪੈ ਜਾਏ। ਕੌਣ ਸੁਣਦਾ ਹੈ? ਸੁਣਨਾ ਤਪੱਸਿਆ ਹੈ, ਸੁਣਨਾ ਸਾਧਨਾ ਹੈ, ਸੁਣਨਾ ਬਹੁਤ ਕਰੜੀ ਮਿਹਨਤ ਹੈ। ਔਰ ਬਿਨਾਂ ਇਕਾਗਰਤਾ ਤੋਂ ਨਹੀਂ ਸੁਣਿਆ ਜਾ ਸਕਦਾ। ਜੋ ਆਪਣੇ ਨੇੜੇ ਨਹੀਂ ਹੈ ਨਹੀਂ ਸੁਣ ਸਕਦਾ।